ਪੰਜਾਬ ਦੇ ਵਿਰਾਸਤ ਦੀ ਅੱਜ ਤੁਹਾਨੂੰ ਇੱਕ ਐਸੀ ਮਿਸਾਲ ਪੇਸ਼ ਕਰਨ ਜਾ ਰਹੇ ਹਾਂ ਜਿਹੜੀ ਕਿ ਤੁਸੀਂ ਸ਼ਾਇਦ ਪਹਿਲਾਂ ਕਦੀ ਨਹੀਂ ਦੇਖੀ ਹੋਏਗੀ। ਜੀ ਹਾਂ, ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਤਕਰੀਬਨ 100 ਸਾਲ ਪੁਰਾਣੇ ਉਸ ਘਰ ਦੇ ਵਿੱਚ, ਜਿਸ ਘਰ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹੈ। ਉਹ ਚੀਜ਼ ਜਿਹਦੇ ਵਿੱਚ ਕਿ ਕਿਸੇ ਤਰ੍ਹਾਂ ਦੀ 에ਅਰ ਕੰਡੀਸ਼ਨ ਦੀ ਲੋੜ ਨਹੀਂ ਹੈ, ਉਸ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਲਾਈਟ ਦੀ ਲੋੜ ਨਹੀਂ ਹੈ। ਤਾਂ ਆਪਣੇ ਆਪ ਦੇ ਵਿੱਚ ਬਣਿਆ ਇੱਕ ਅਨੂਠਾ ਇਹ ਘਰ ਹੈ ਜਿਹੜਾ ਕਿ ਹਵਾਦਾਰ ਅਤੇ ਹਰ ਪਾਸਿਓਂ ਸક્ષਮ ਹੈ। ਤਾਂ ਇੱਕ ਪੁਰਾਣੇ ਆਰਕੀਟੈਕਟ ਦੀ ਇੱਕ ਵੱਡੀ ਮਿਸਾਲ ਅਜੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਤੁਸੀਂ ਜਿਹੜੇ ਤਸਵੀਰ ਦੇ ਵਿੱਚ ਘਰ ਦੇਖ ਰਹੇ ਹੋ, ਅਸੀਂ ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਦੇ ਵਿੱਚ ਬਣਿਆ ਘਰ ਹੈ, ਜਿਹਨੂੰ ਕਿ 1924 ਦੇ ਵਿੱਚ ਕੰਪਲੀਟ ਕੀਤਾ ਗਿਆ ਸੀ ਤੇ ਇਹਨੂੰ ਬਣਾਉਣ ਦੇ ਵਿੱਚ 10 ਸਾਲ ਤੋਂ ਵੀ ਵੱਧ ਦਾ ਸਮਾਂ ਲੱਗਾ ਸੀ। ਤਾਂ ਉਸ ਘਰ ਦੇ ਵਿੱਚ ਕੀ ਖਾਸੀਅਤ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਉਸ ਘਰ ਨੂੰ ਮੇਨਟੇਨ ਕਿਸ ਤਰੀਕੇ ਨਾਲ ਕੀਤਾ ਗਿਆ, ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਅਕਸਰ ਅਸੀਂ ਆਖਦੇ ਹਾਂ ਕਿ ਮੇਨਟੇਨੈਂਸ ਸਭ ਨਾਲੋਂ ਜ਼ਰੂਰੀ ਹੈ, ਕਿਉਂਕਿ ਸਰਕਾਰਾਂ ਵੀ ਇਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੀਆਂ। ਅਸੀਂ ਉਸ ਘਰ ਨੂੰ ਦਿਖਾਉਣ ਜਾ ਰਹੇ ਹਾਂ ਤੇ ਅਜੇ ਸੇਠ ਜੋ ਕਿ ਇਸ ਘਰ ਦੇ ਮਾਲਕ ਨੇ, ਜਿਨ੍ਹਾਂ ਨੇ ਇਸ ਘਰ ਨੂੰ ਖਰੀਦਿਆ ਸੀ, ਅਸੀਂ ਉਹਨਾਂ ਨਾਲ ਅੱਜ ਅਸੀਂ ਚਰਚਾ ਵੀ ਕਰਾਂਗੇ ਤੇ ਨਾਲ ਦਿਖਾਵਾਂਗੇ ਕਿ ਇਸ ਘਰ 'ਚ ਕੀ। ਔਰ ਸਭ ਤੋਂ ਪਹਿਲੇ ਤੁਸੀਂ ਘਰ ਦਾ ਜਿਹੜਾ ਐਂਟਰੀ ਗੇਟ ਦੇਖ ਸਕਦੇ ਹੋ ਕਿ ਇਹ ਉਸ ਸਮੇਂ ਦਾ ਹੀ ਇੱਕ ਆਰਕੀਟੈਕਟ ਦਾ ਇੱਕ ਮਿਸਾਲ ਹੈ, ਕਿਉਂਕਿ ਇੱਥੇ ਜਿਹੜਾ ਹੈ ਵੈਲਕਮ ਗੇਟ ਜਿਹੜਾ ਹੈ ਉਹਦੇ ਤੇ ਬਕਾਇਦਾ ਤੌਰ ਤੇ ਸਨ 1924 ਜਦੋਂ ਇਸ ਘਰ ਦੀ ਕੰਪਲੀਸ਼ਨ ਹੋਈ ਸੀ ਉਹ ਲਿਖਿਆ ਗਿਆ ਹੈ ਅਤੇ ਨਾਲ ਘਰ ਦੇ ਸੰਬੰਧ ਵੀ ਲਿਖਿਆ ਗਿਆ। ਸਾਡੇ ਨਾਲ ਅਜੇ ਸੇਠ ਜੀ ਮੌਜੂਦ ਨੇ। ਅਜੇ ਜੀ, ਕੀ ਕਹਿਣਾ ਚਾਹੋਗੇ, ਇਹ ਕੀ ਹੈ ਜੀ? ਇਹ ਦੇਖੋ ਜੀ, ਇੱਧਰਲੇ ਬੰਨੇ ਦੇਖੋ, ਇਹ ਵਿਕਰਮੀ ਸੰਮਤ ਲਿਖਿਆ ਗਿਆ ਹੈ 1980। ਇਹਦੇ ਚ ਅਸੀਂ 57 ਘਟਾ ਦਾਂਗੇ ਤੇ ਆ ਜਾਏਗਾ 1923। 23 ਦੇ ਵਿੱਚ ਮਤਲਬ 1923-24 ਦੇ ਵਿੱਚ ਇਹ ਮਕਾਨ ਬਣ ਕੇ ਤਿਆਰ ਹੋ ਗਿਆ ਸੀ। ਉਸ ਤੋਂ ਬਾਅਦ ਇਹ ਸਾਡੇ ਹੱਥ ਦੂਸਰੇ ਕਿ ਤੀਸਰੇ ਹੱਥ ਸਾਡੇ ਹੱਥ ਆਇਆ ਹੈ। ਉਸ ਤੋਂ ਬਾਅਦ ਇਸ ਮਕਾਨ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਇਸ ਮਕਾਨ ਦੇ ਅੰਦਰ ਲੈ ਕੇ ਚੱਲਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇੱਕ ਰਾਇਲ ਲੁੱਕ ਜਿਹੜੀ ਹੈ ਪੇਸ਼ ਕੀਤੀ ਜਾਂਦੀ ਹੈ। ਤਾਂ ਘਰ ਦੇ ਸਾਰੇ ਮੈਂਬਰ ਸਾਹਿਬਾਨ ਵੀ ਮੌਜੂਦ ਨੇ। ਅਸੀਂ ਖੁਸ਼ਨਸੀਬ ਨੇ ਉਹ ਲੋਕ ਜਿਹੜੇ ਕਿ ਇਸ ਘਰਾਂ 'ਚ ਰਹਿ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਰਾਜਨੀਤਿਕ ਪੱਖੋਂ ਇੱਕ ਐਸਾ ਮਕਾਨ ਹੈ ਜਿਹੜਾ ਕਿ ਕਈ ਵੱਡੇ ਲੀਡਰ ਇੱਥੇ ਰਹੇ ਨੇ। ਅਸੀਂ ਅਜੇ ਸੇਠ ਜੀ ਨਾਲ ਚਰਚਾ ਜਾਰੀ ਰੱਖਾਂਗੇ। ਤਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਨਾਲ ਤੁਸੀਂ ਘਰ ਦੇ ਅੰਦਰ ਜਦੋਂ ਐਂਟਰ ਹੁੰਦੇ ਤਾਂ ਨਾਲ ਹੀ ਰੌਸ਼ਨੀ ਆਉਂਦੀ। ਅਕਸਰ ਸਾਨੂੰ ਘਰ ਦੇ ਅੰਦਰ ਆਉਂਦਿਆਂ ਲਾਈਟਸ ਲਗਾਉਣ ਦੀ ਲੋੜ ਪੈਂਦੀ ਹੈ ਤਾਂ ਕਿ ਅਸੀਂ ਕਿਸੇ ਨੂੰ ਕੋਈ ਪੱਖਾ ਦਈਏ, ਲੇਕਿਨ ਇਸ ਘਰ 'ਚ ਕਿਸੇ ਤਰ੍ਹਾਂ ਦੀ, ਕਿਉਂਕਿ ਦੋਨੋਂ ਪਾਸਿਓਂ ਘਰ ਦੇ ਵਿੱਚ ਜਿਹੜਾ ਖੁੱਲ੍ਹਾ ਹੈ ਤਾਂ ਘਰ ਦੇ ਬੂਹੇ ਬਾਰੀਆਂ ਵੀ ਜਿਹੜੀਆਂ ਨੇ ਪੁਰਾਣੇ ਬਣੇ ਨੇ, ਪੁਰਾਣੀ ਲੱਕੜ ਸਾਗਵਾਨ ਦਾ ਇਸਤੇਮਾਲ ਕੀਤਾ ਗਿਆ। ਤਾਂ ਅਜੇ ਜੀ, ਕੌਣ ਲੋਕ ਇਸ ਘਰਾਂ 'ਚ ਆਏ ਨੇ? ਵੈਸੇ ਸਾਡੇ ਸਾਹਮਣੇ ਤੇ ਇੱਥੇ ਅਟਲ ਬਿਹਾਰੀ ਵਾਜਪਾਈ ਜੀ ਵੀ ਇੱਥੇ ਸਾਡੇ ਘਰ 'ਚ ਆ ਕੇ ਠਹਿਰ ਚੁੱਕੇ ਹੈ। ਲਾਲ ਕ੍ਰਿਸ਼ਨ ਅਡਵਾਨੀ ਜੀ ਵੀ ਆ ਕੇ ਠਹਿਰ ਚੁੱਕੇ ਹੈ। ਸ਼੍ਰੀ ਮੋਹਨ ਭਾਗਵਤ ਜੀ ਵੀ ਆ ਕੇ ਠਹਿਰ ਚੁੱਕੇ ਹੈ। ਇਸ ਤਰ੍ਹਾਂ ਹੋਰ ਵੀ ਬੜੇ ਲੀਡਰਾਨ ਜਿਹੜੇ ਹੈਗੇ ਆ ਉਹ ਸਾਡੇ ਘਰ ਦੇ ਵਿੱਚ ਜਦੋਂ ਆਪਣੇ ਪ੍ਰਵਾਸ ਤੇ ਹੁੰਦੇ ਆ, ਅੰਮ੍ਰਿਤਸਰ ਆਉਂਦੇ ਆ, ਤੇ ਉਹ ਸਾਡੇ ਘਰ ਆ ਕੇ ਠਹਿਰਦੇ ਰਹੇ ਆ। ਇਹਨਾਂ ਨੂੰ ਕ੍ਰਾਂਤੀਕਾਰੀਆਂ ਦਾ ਘਰ ਵੀ ਕਿਹਾ ਜਾਂਦਾ ਜੀ। ਹਾਂਜੀ। ਇਹਦੇ ਵਿੱਚ ਸਾਨੂੰ ਵੀ ਦੱਸਿਆ ਗਿਆ ਕਿ ਬੋ ਜੀ ਇਹ ਸਾਡੇ ਘਰ ਦੇ ਵਿੱਚ ਜਿਹੜਾ ਨਾ ਕ੍ਰਾਂਤੀਕਾਰੀ ਵੀ ਆ ਕੇ ਠਹਿਰਦੇ ਰਹਿ ਕੇ ਜਾਂਦੇ ਰਹੇ ਆ। ਕਾਰਨ ਕੀ ਸੀ ਕਿ ਇੱਕ ਮਕਾਨ ਦੇ ਵਿੱਚ ਇੱਕ ਭੁੱਲ ਭੁਲਈਆਂ ਟਾਈਪ ਹੀ ਹੈ। ਇਹ ਆਪਣੇ ਖੰਨਾ ਜੀ ਨੇ ਆਪ ਵੀ ਦੇਖਿਆ ਹੈ, ਦੇਖਣਗੇ ਉੱਪਰ ਚੱਲ ਕੇ ਕਿ ਇੱਥੋਂ ਬੰਦਾ ਜਾਂਦਾ ਕਿਸੇ ਰਸਤੇ ਆ ਤੇ ਉਤਰਦਾ ਕਿਹੜੇ ਰਸਤੇ ਹੈ। ਤੁਹਾਨੂੰ ਦਿਖਾ ਰਹੇ ਹਾਂ ਕਿ ਘਰ ਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਇਹ ਘਰ ਦਾ ਜਿਹੜਾ ਐਂਟਰੈਂਸ ਗੇਟ ਦੇਖ ਰਹੇ ਹੋ, ਜਦੋਂ ਤੁਸੀਂ ਇਸ ਘਰ ਦੇ ਵਿੱਚ ਐਂਟਰ ਹੋਵੋਗੇ ਤਾਂ ਤੁਹਾਨੂੰ ਇਹ ਰਸਤਾ ਮਿਲੇਗਾ, ਲੇਕਿਨ ਜਦੋਂ ਤੁਸੀਂ ਇਸ ਘਰ ਦੇ ਵਿੱਚੋਂ ਬਾਹਰ ਆਓਗੇ ਤਾਂ ਤੁਹਾਨੂੰ ਇੱਕ ਚੋਰ ਰਸਤਾ ਇਸ ਕਰਕੇ ਹੈ ਕਿ ਇੱਥੇ ਭੁੱਲ ਭੁਲਈਆ ਹੈ ਇੱਕ ਤਰ੍ਹਾਂ ਦੀ। ਤਾਂ ਇਹ ਇੱਕ ਅਲੱਗ ਤਰੀਕੇ ਦਾ ਜਿਹੜਾ ਰਸਤਾ ਹੈ ਉਹ ਵੀ ਇਹਨੂੰ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਛੋਟੇ ਬੂਹੇ ਥਾਣੀ ਆ ਸਕਦੇ ਹੋ। ਤਾਂ ਇਹ ਇੱਕ ਅਲੱਗ ਪਹਿਚਾਣ ਇਸ ਘਰ ਦੀ ਹੈ, ਜਿੱਥੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਉਣ ਦਾ ਰਸਤਾ ਅਤੇ ਜਾਣ ਦਾ ਰਸਤਾ ਦੋਨੋਂ ਅਲੱਗ ਨੇ। ਤਾਂ ਇਸ ਘਰ ਦੀ ਕੁਝ ਵਿਸ਼ੇਸ਼ਤਾਵਾਂ ਨੇ, ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਨੂੰ ਮੇਨਟੇਨ ਕੀਤਾ ਗਿਆ ਹੈ। ਤਾਂ ਸਭ ਤੋਂ ਵੱਡਾ ਸਵਾਲ ਅੱਜ ਇਹੋ ਹੀ ਆਉਂਦਾ ਕਿ ਇਸ ਇੰਨੇ ਵੱਡੇ ਘਰ ਨੂੰ ਮੇਨਟੇਨ ਕਿਵੇਂ ਕੀਤਾ ਜਾਵੇ। ਤਾਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਸਾਹਮਣੇ ਜਿਹੜੀ ਚੀਜ਼ ਦੇਖ ਰਹੇ ਹੋ ਤੇ ਕਿਹਾ ਜਾਂਦਾ ਹੈ ਕਿ ਸ਼ਿਮਲਾ ਸਮਝੌਤੇ ਨਾਲ ਕੀ ਜੁੜੀ ਹੈ। ਇਹ ਦੇਖੋ ਜੀ, ਮੈਂ ਸੀ ਸ਼ਿਮਲਾ ਲਾਸਟ ਟਾਈਮ ਗਏ ਸੀ ਤੇ ਉੱਥੇ ਸ਼ਿਮਲਾ ਜਿਹੜਾ ਸਮਝੌਤਾ ਹੋਇਆ ਨਾ, ਉਸ ਬਿਲਡਿੰਗ ਦੀ ਆਰਕੀਟੈਕਟ ਦੇਖਿਆ ਤੇ ਉੱਥੋਂ ਦੇ ਜਿਹੜੇ ਗਾਈਡ ਸੀ ਨਾ, ਉਹਨਾਂ ਨੂੰ ਵੀ ਅਸੀਂ ਦਿਖਾਇਆ ਕਿ ਬੋ ਜੀ ਇਹ ਤਾਂ ਸਾਡੇ ਮਕਾਨ ਦੀ ਬਣੀ ਹੋਈ ਹੈ, ਨਕਲ ਸਾਡੇ ਮਕਾਨ 'ਚ ਹੈ। ਉਹ ਵੀ ਬੜਾ ਹੈਰਾਨ ਹੋ ਗਏ ਕਿ ਬੋ ਜੀ ਤੁਸੀਂ ਕਿੱਥੋਂ ਕਹਿ ਸਕਦੇ ਹੋ। ਮੈਂ ਕਿਹਾ ਸੀ ਉਹਨੂੰ ਫਿਰ ਆਪਣੀਆਂ ਫੋਟੋਆਂ ਦਿਖਾਈਆਂ ਜਿਹੜੀਆਂ ਸਾਡੇ ਕੋਲ ਬਾਈ ਚਾਂਸ ਹੈਗੀਆਂ ਸੀ। ਉਹ ਵੀ ਹੈਰਾਨ ਹੋ ਗਿਆ। ਮਤਲਬ ਅੰਗਰੇਜ਼ਾਂ ਦੀਆਂ ਬੜੀਆਂ ਐਸੀਆਂ ਚੀਜ਼ਾਂ ਆਰਕੀਟੈਕਟਲੀ ਜਿਹੜੀਆਂ ਹੈਗੀਆਂ ਸੀ, ਜਿਹੜੀਆਂ ਅੱਜ ਸਾਡੇ ਮਕਾਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ। ਤਾਂ ਇੱਕ ਹੋਰ ਚੀਜ਼ ਹੈ, ਇਸ ਮਕਾਨ ਦੇ ਕਈ ਮਾਡਲ ਬਣਾਏ ਜਾਂਦੇ ਨੇ ਤੇ ਮਾਡਲ ਬਣਾ ਕੇ ਜਿਹੜਾ ਹੈ ਲੋਕਾਂ ਨੂੰ ਦਿਖਾਇਆ ਜਾਂਦਾ ਤੇ ਕਈ ਵੱਡੀ ਆਰਕੀਟੈਕਟ ਦੀ ਜਿਹੜੀ ਯੂਨੀਵਰਸਿਟੀਜ਼ ਨੇ
ਉੱਥੇ ਇਹਨਾਂ ਮਾਡਲਸ ਦਾ ਇਸਤੇਮਾਲ ਕੀਤਾ ਜਾਂਦਾ ਤੇ ਦਰਸਾਇਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੁਰਾਤਨ ਇਤਿਹਾਸ ਸਾਡਾ ਹੁੰਦਾ ਸੀ। ਤਾਂ ਉਸ ਤੋਂ ਬਾਅਦ ਇਸ ਘਰ ਦੀ ਇੱਕ ਹੋਰ ਵਿਸ਼ੇਸ਼ਤਾ ਨੇ ਕਿ ਜਿਹੜੀਆਂ ਇਸ ਘਰ ਦੇ ਵਿੱਚ ਪੌੜੀਆਂ ਨੇ ਉਹ ਸਿਲ ਦੇ ਪੱਥਰ ਦੀਆਂ ਪੌੜੀਆਂ ਨੇ। ਤਾਂ ਇਸ ਪੱਥਰ ਦੀ ਇੱਕ ਆਪਣੀ ਵਿਸ਼ੇਸ਼ਤਾ ਹੈ। ਕਿਉਂ ਇਹ ਪੱਥਰ ਲਗਾਇਆ ਜਾਂਦਾ ਹੈ, ਅਸੀਂ ਅਜੇ ਸੇਠ ਜੀ ਕੋ ਇਹ ਵੀ ਪੁੱਛਦਾ ਰਹਾਂਗੇ ਸਰ ਇਹ ਕਿਉਂ ਕਰ ਲਗਾਇਆ ਜਾਂਦਾ? ਇਹ ਐਸੇ ਕਰਕੇ ਲਾਇਆ ਜਾਂਦਾ ਸੀ ਜੀ, ਕੋਈ ਅਗਰ ਇੱਥੋਂ ਡਿੱਗੇ ਤੇ ਉਹਨੂੰ ਸੱਟ ਘੱਟ ਤੋਂ ਘੱਟ ਲੱਗੇ। ਜਿਸ ਤਰ੍ਹਾਂ ਅੱਜ ਦੇ ਪੱਥਰ ਦੇ ਕਿਤੇ ਵੀ ਅਸੀਂ ਡਿੱਗਣੀ ਹੈ, ਮਤਲਬ ਸੰਗਮਰਮਰ ਦਾ ਪੱਥਰ ਹੋ ਗਿਆ, ਗ੍ਰੇਨਾਈਟ ਦਾ ਪੱਥਰ ਹੋ ਗਿਆ, ਤੇ ਉਹ ਅਸੀਂ ਦੇਖਨੇ ਆ ਸਾਨੂੰ ਸੱਟ ਬੜੀ ਗੁੱਝੀ ਲੱਗਦੀ ਹੈ, ਅੰਦਰ ਤੱਕ ਵੱਜਦੀ ਹੈ। ਪਰ ਇਹਦੇ ਨਾਲ ਇਹ ਹੈਗਾ ਕਿ ਸੱਟ ਤਾਂ ਲੱਗਦੀ ਹੈ ਪਰ ਉਹਦੀ ਜਿਹੜੀ ਕੀ ਕਹਿੰਦੇ ਆ ਮਾਰ ਗਈ ਆ ਉਹ ਘੱਟ ਹੁੰਦੀ ਹੈ। ਉਹ ਐਸੇ ਕਰਕੇ ਇਹ ਪੱਥਰ ਉਸ ਵੇਲੇ ਲਗਾਇਆ ਜਾਂਦਾ ਸੀ। ਫਿਰ ਗੇਟ ਦੇਖ ਰਹੇ ਹਾਂ, ਗੇਟ ਕਿਸ ਚੀਜ਼ ਦਾ? ਇਹ ਉਸ ਇਹ ਮਤਲਬ ਉਹ ਬੱਚਿਆਂ ਨੇ ਖੇਡਣ ਵਾਸਤੇ ਲਗਾਇਆ ਜਾਂਦਾ ਸੀ ਕਿ ਬੱਚੇ ਇੱਥੇ ਅੰਦਰ ਵੜਦੇ ਸੀ, ਖੇਲਦੇ ਸੀ। ਉਹ ਮਤਲਬ ਛੋਟੇ ਬੱਚਿਆਂ ਦਾ ਬੜਾ ਇੱਕ ਮਨੋਰੰਜਨ ਬੜਾ ਵਧੀਆ ਹੁੰਦਾ ਸੀ। ਤਾਂ ਇਹ ਇੱਕ ਸਲਾਈਡਰ ਹੈ ਜਿਹਨੂੰ ਕਿ ਅਸੀਂ ਝੂਟੇ ਕਹਿੰਦੇ ਆ ਜੀ, ਤੇ ਉਹ ਝੂਟੇ ਵੀ ਇਸ ਘਰ ਦੇ ਵਿੱਚ ਲੱਗੇ ਨੇ। ਤੁਸੀਂ ਉਸ ਵੇਲੇ ਦੇ ਲੱਗੇ ਹੋਏ ਆ, ਇਹ ਅਸੀਂ ਨਹੀਂ 1923 ਦੇ ਹੀ ਲੱਗੇ ਹੋਏ ਆ, ਅਸੀਂ ਨਹੀਂ ਆ ਕੇ ਕੁਝ ਇਹਦੇ ਵਿੱਚ ਅਲਟਰੇਸ਼ਨ ਕੀਤੀ। ਸਰ ਇਹ ਲੱਕੜ ਦੀਆਂ ਜਿਹੜੀਆਂ ਸੀੜੀਆਂ ਦੇ ਨਾਲ ਜਿਹੜੇ ਅਸੀਂ ਦੇਖ ਰਹੇ ਹਾਂ ਇਹ ਕੀ ਹੈ? ਇਹ ਕਿਹੜਾ ये जरा है सी ना उस टाइम का, और पुराना ही उस मतलब जो पहले लगा ना उस टाइम का, मतलब ने कोई चेंज नहीं करा, वो डिजाइन वैसे का एज इट इज है, हमने कोई चेंज नहीं। ਤੁਸੀਂ ਦੇਖ ਸਕਦੇ ਹੋ ਕਿ ਲੱਕੜ ਦੇ ਪਾਵੇ ਤੱਕਨ ਇਹਨਾਂ ਪੌੜੀਆਂ ਨੂੰ ਲੱਗੇ ਨੇ ਤੇ ਪੌੜੀਆਂ ਦੀ ਖਾਸ ਵਿਸ਼ੇਸ਼ਤਾ ਹੈ ਕਿ ਸਿੱਲ ਦਾ ਜਿਹੜਾ ਪੱਥਰ ਹੈ ਉਸ ਦਾ ਇਸਤੇਮਾਲ ਕੀਤਾ ਗਿਆ ਹੈ। ਤਾਂ ਇਹ ਲੱਕੜ ਦੀਆਂ ਪੌੜੀਆਂ ਜਿਹੜੀਆਂ ਨੇ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਿਆਰ ਕੀਤੀਆਂ ਗਈਆਂ ਨੇ। ਤਾਂ ਹੁਣ ਅਸੀਂ ਘਰ ਦੀ ਛੱਤ ਤੇ ਆ ਰਹੇ ਹਾਂ। ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਪੱਕਿਆਈ ਦੇ ਨਾਲ ਪੱਕਿਆਈ ਦਿੱਤੀ ਗਈ ਹੈ ਤਾਂ ਕਿ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਤਾਂ ਉਸ ਤੋਂ ਬਾਅਦ ਹੁਣ ਇਸ ਘਰ ਦੇ ਕਮਰਿਆਂ 'ਚ ਲੈ ਕੇ ਚੱਲਦੇ ਹਾਂ। ਤਾਂ ਇਸ ਘਰ ਦੇ ਕਮਰੇ ਆਪਣੇ ਆਪ 'ਚ ਇੱਕ ਯੂਨੀਕ ਨੇ। ਯੂਨੀਕ ਇਸ ਕਰਕੇ ਨੇ ਕਿ ਇਹਨਾਂ ਕਮਰਿਆਂ ਦੇ ਵਿੱਚ ਕਿਸੇ ਤਰ੍ਹਾਂ ਦੇ 에ਅਰ ਕੰਡੀਸ਼ਨ ਦੀ ਲੋੜ ਨਹੀਂ ਪੈਂਦੀ। ਗਰਮੀਆਂ 'ਚ ਜਿਹੜੇ ਠੰਡੇ ਰਹਿੰਦੇ ਨੇ ਤੇ ਸਰਦੀਆਂ 'ਚ ਗਰਮ ਨੇ। ਤਾਂ ਉਹ ਉਸ ਘਰ ਦੇ ਵਿੱਚ ਅਸੀਂ ਆਏ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਕਮਰੇ ਸ਼ਾਇਦ ਤੁਸੀਂ ਇਸ ਤਰ੍ਹਾਂ ਦੇ ਕਦੀ ਕਮਰੇ ਨਹੀਂ ਦੇਖੇ ਹੋਣਗੇ, ਲੇਕਿਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿੰਨੇ ਬੂਹੇ ਬਾਰੀਆਂ ਨੇ ਇਸ ਕਮਰੇ 'ਚ। ਜੀ ਹਾਂ, ਕਿੰਨੇ ਰੋਸ਼ਨਦਾਨ ਲੱਗੇ ਹੋਏ ਆ, ਕਿੰਨੇ ਰੋਸ਼ਨਦਾਨ ਲੱਗੇ ਹੋਏ ਆ, ਕਿੰਨੀਆਂ ਬੂਹੇ ਬਾਰੀਆਂ ਲੱਗੇ ਹੋਏ ਆ। ਇਹ ਤੁਸੀਂ ਆਪ ਗਿਣ ਕੇ ਕਰ ਸਕਦੇ ਹੋ ਕਿ 3 3 6 ਤੇ 3 9 ਤੇ 1 10 10 11 11 11 ਬੂਹੇ ਹੈ ਤੇ 3 4 7 11 ਰੋਸ਼ਨਦਾਨ ਨੇ। ਤਾਂ ਇਸ ਘਰ ਦੇ ਵਿੱਚ ਕਦੀ ਵੀ ਲਾਈਟ ਦੀ ਲੋੜ ਬਹੁਤ ਘੱਟ ਪੈਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ 30 ਫੁੱਟ ਦੇ ਕਰੀਬ ਇਸ ਦੀ ਛੱਤ ਹੈ। ਤਾਂ ਗਰਮੀਆਂ ਦੇ ਵੇਲੇ ਕਦੀ ਵੀ ਇਸ ਜਗ੍ਹਾ ਤੇ ਗਰਮੀ ਨਹੀਂ ਲੱਗਦੀ ਕਿਉਂਕਿ ਚਾਰੋਂ ਪਾਸਿਓਂ ਖੁੱਲਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਰੋਸ਼ਨੀ ਇਸ ਕਮਰੇ ਨੂੰ ਦੇਣ ਵਾਸਤੇ ਚਾਰੋਂ ਪਾਸਿਓਂ ਅਰੇਂਜਮੈਂਟ ਕੀਤੇ ਗਏ ਨੇ ਕਿ ਇਸ ਘਰ ਦੇ ਵਿੱਚ ਰੋਸ਼ਨੀ। ਲੇਕਿਨ ਫਿਰ ਦੱਸਣਾ ਚਾਹਾਂਗੇ ਕਿ 100 ਸਾਲ ਪੁਰਾਣਾ ਘਰ ਹੈ ਜਿਹਦੀ ਕਿ ਇੱਕ ਤਸਦੀਕ ਇਹ ਘਰ। ਸਰ ਇਹ ਸਭ ਕੁਝ ਪੁਰਾਤਨ ਹੈ ਥੋੜਾ? ਹਾਂਜੀ ਹਾਂਜੀ ਬਿਲਕੁਲ ਹੈ ਜੀ। ਇਹ ਕਿਨਾਲੀ ਦਾ ਉਸ ਵੇਲੇ ਅੱਗ ਸੇਕਣ ਵਾਸਤੇ ਇਹ ਲੱਗਾ ਹੋਇਆ ਸੀ। ਇਹ ਅੱਗ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਮਕਾਨਾਂ ਦੇ ਵਿੱਚ ਵੀ ਪੁਰਾਣੇ ਮਕਾਨਾਂ 'ਚ ਦੇਖੋ ਨਾ, ਅੱਗ ਸੇਕਣ ਵਾਸਤੇ ਹੁੰਦਾ ਸੀ ਨਾ ਕਿ ਝੜਨਾ ਦੇ ਉੱਥੇ ਅੱਗ ਬਾਲਦੇ ਸੀ ਤੇ ਸਾਰੇ ਜਣੇ ਉਹਦੇ ਲਾਗੇ ਤਾਗੇ ਹੀ ਬੈਠਦੇ ਸੀ। ਇਹ ਉਹ ਸਥਾਨ ਹੈ। ਤੇ ਇਹ 1924 ਉਹੀ ਜਿਹੜਾ ਅੰਗਰੇਜ਼ੀ ਸੰਮਤ ਹੈ ਤੇ ਉਹ 1980 ਵਿਕਰਮੀ ਸੰਮਤ ਹੈ। ਇਹ ਉਹੀ ਲਿਖਿਆ ਹੋਇਆ। ਤਾਂ ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਇੱਕ ਹੋਰ ਇਸ ਘਰ ਦੇ ਵਿੱਚ ਵਿਸ਼ੇਸ਼ਤਾ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਤੁਸੀਂ ਇਹ ਦਰਵਾਜ਼ਾ ਦੇਖ ਰਹੇ ਹੋ, ਦਰਅਸਲ ਇਹ ਇੱਕ ਦਰਵਾਜ਼ਾ ਨਹੀਂ ਬਲਕਿ ਇੱਕ ਕਮਰੇ ਦੇ ਨਾਲ ਦੂਸਰੇ ਕਮਰੇ ਨੂੰ ਕਨੈਕਟ ਕਰਨ ਵਾਲਾ ਇੱਕ ਗੇਟ ਹੈ। ਔਰ ਇਸ ਕਮਰੇ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਕਮਰੇ ਦੀ ਇਹ ਇੱਕ ਅਲਮਾਰੀ, ਇਹ ਅਲਮਾਰੀ ਤੁਹਾਨੂੰ ਦੇਖਣ ਦੇ ਵਿੱਚ ਲੱਗਦਾ ਹੋਏਗਾ ਕਿ ਸ਼ਾਇਦ, ਲੇਕਿਨ ਇਹ ਡਬਲ ਪਾਸੇ ਦੋਨੋਂ ਪਾਸੇ ਅਲਮਾਰੀ ਖੁੱਲਦੀ ਹੈ ਤੇ ਇਹਦੇ ਤੇ ਵਿਸ਼ੇਸ਼ ਮੀਨਾਕਾਰੀ ਕੀਤੀ ਗਈ ਹੈ। ਅਜੇ ਜੀ ਅਸੀਂ ਚਾਹਾਂਗੇ ਤੁਸੀਂ ਦੱਸੋ ਕੀ ਹੈ ਇਸ ਅਲਮਾਰੀ ਦੀ ਵਿਸ਼ੇਸ਼ਤਾ। ਅਸੀਂ ਉਹਨਾਂ ਨੂੰ ਕਹਾਂਗੇ ਪਲੀਜ਼ ਮੈਡਮ ਅਲਮਾਰੀ ਖੋਲ ਕੇ ਵੀ ਦੱਸੋ ਕੀ ਹੈ। ਇਹ ਦੇਖੋ ਜੀ, ਪਹਿਲਾਂ ਤਾਂ ਇਹ ਦੇਖੋ ਇਹ ਜਿਹੜਾ ਫੁੱਲ ਬਣਿਆ ਹੈ, ਇਹ ਫੁੱਲ ਨੂੰ ਅੱਜ ਬਣਾਉਣ ਜਾਵਾਂਗੇ ਤੇ ਕਿੰਨੀ ਕੁ ਮਿਹਨਤ ਲੱਗੇਗੀ ਤੁਸੀਂ ਵੀ ਸਮਝ ਸਕਦੇ ਹੋ ਕਿ ਇਹ ਫੁੱਲ ਦਾ ਪੱਤੇ ਨੂੰ ਇੱਕ ਦੂਜੇ ਦੇ ਉੱਪਰ ਫੋਲਡ ਕੀਤਾ ਹੋਇਆ ਹੈ। ਇਹ ਅਸੀਂ ਤੁਹਾਨੂੰ ਦਿਖਾਵਾਂਗੇ। ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫੁੱਲ ਹੈ, ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਰੀਕ ਮੀਨਾਕਾਰੀ ਹੈ ਜਿਹਨੂੰ ਕਿ ਮੇਨਟੇਨ ਰੱਖਿਆ ਗਿਆ ਹੈ। ਲੱਕੜ ਦੀ ਅਲਮਾਰੀ ਹੈ ਔਰ ਇਸ ਕਮਰੇ ਦੇ ਦੋਨੋਂ ਪਾਸੇ ਖੁੱਲਦੀ ਹੈ। ਇੱਕ ਅਲਮਾਰੀ ਦੋ ਕਮਰਿਆਂ ਨੂੰ, ਇੱਕ ਕਮਰੇ ਨੂੰ ਕਨੈਕਟ ਕਰਦੀ ਹੈ। ਤੁਸੀਂ ਦੇਖ ਸਕਦੇ ਹੋ ਉੱਪਰ ਛੱਤ ਵੱਡੀ ਹੈ ਤਾਂ ਉੱਥੇ ਇਹ ਅਲਮਾਰੀ ਇੱਕ ਆਪਣੇ ਆਪ ਦੇ ਵਿੱਚ ਇੱਕ ਪੰਜਾਬੀ
ਪੁਰਾਣੀ ਵਿਰਾਸਤ ਨੂੰ ਦਿਖਾ ਰਹੀ ਹੈ। ਤੇ ਸਰ ਇਸ ਮੈਡਮ ਕੀ ਹੈ ਵਿਸ਼ੇਸ਼ਤਾ ਇਸ ਅਲਮਾਰੀ ਦੀ? ये तो विशेष ਇਹਦੇ ਵਿੱਚ ਇੱਕ ਚੀਜ਼ ਕੀ ਹੈਗੀ ਹੈ ਕਿ ਇਹਨੂੰ ਉਸ ਵੇਲੇ ਇੱਕ ਸੇਮ ਜਿਹੜਾ ਅਸੀਂ ਪਹਿਲੇ ਕਮਰਾ ਦੇਖਿਆ ਸੀ, ਉਹ ਇਹ ਵੀ ਕਮਰਾ ਦੇਖਿਆ ਹੈ। ਇਹ ਉਹ ਦੋਵੇਂ ਕਮਰੇ ਸੇਮ ਹੈ। ਉਹਦੇ ਵਿੱਚ ਇਹਨੂੰ 2 ਪਾਰਟ ਕਰਨ ਵਾਸਤੇ ਕਿ ਉਧਰ ਵੀ ਬੰਦਾ ਰਹਿ ਸਕੇ ਤੇ ਇੱਧਰ ਵੀ ਰਵੇ ਆ ਕੇ। ਪਰ ਸਰ ਇਹ ਕਦੀ ਇਸ ਤਰ੍ਹਾਂ ਨੂੰ ਖਰਾਬ ਨਹੀਂ ਹੁੰਦੀ ਅਲਮਾਰੀ? ਇਹ ਸਾਗਵਾਨ ਦੀ ਹੈ, ਇਹ ਸਾਗਵਾਨ ਦੀ ਲੱਕੜ ਦੀ ਹੈ। ਮੇਰਾ ਇੱਕ ਦੋਸਤ ਜੈਪੁਰ ਤੋਂ ਆਇਆ ਸੀ, ਉਹਨੇ ਇਹ ਅਲਮਾਰੀ ਦੇਖੀ ਸੀ ਤੇ ਉਹਨੇ ਇੱਕ ਮੈਨੂੰ ਕਿਹਾ ਸੀ ਕਿ ਬੋ ਜੀ ਇੱਕ ਚੀਜ਼ ਦੱਸੋ ਕਿ ਇਹ ਅਲਮਾਰੀ ਕਦ ਦੀ ਬਣੀ ਹੋਈ ਹੈ। ਮੈਂ ਕਿਹਾ ਉਸ ਵੇਲੇ ਦੀ ਹੈ। ਫਿਰ ਕਹਿੰਦਾ ਬੋ ਜੀ ਅੱਜ ਦੀ ਡੇਟ 'ਚ ਅਲਮਾਰੀ ਬਣਾਉਣ ਜਾਓਗੇ ਤੇ ਇੱਕ ਮਕਾਨ ਬਣਾ ਲਓਗੇ ਤੇ ਇੱਕ ਅਲਮਾਰੀ ਬਣਾ ਲਓਗੇ, ਅੱਜ ਇੱਕੋ ਜੀ ਕੋਸਟ ਹੋ ਜਾਏਗੀ ਇਹ ਦੋਵਾਂ ਦੀ। ਤਾਂ ਲੱਕੜ ਖਰਾਬ ਨਹੀਂ ਹੁੰਦੀ ਲੱਕੜ ਹਾਲੇ ਮੈਡਮ? ਨਹੀਂ खराब कभी लकड़ नहीं खराब? नहीं 29 इयर्स तो मेरी शादी को भी हो गए, तो एज इट इज ही मैं देख रही हूँ, खराब नहीं है। उनकी शादी को तो मेरा 46-7 ईयर हो गए। कितने साल हो गए मैडम? ਸਾਨੂੰ 46 46 ਇਅਰਸ ਹੋ ਗਏ। ਬਟ ਤੁਹਾਡੀ ਲੱਕੜ ਕਦੀ ਖਰਾਬ ਨਹੀਂ? नहीं खराब नहीं हुई। ਕਿਤੇ ਸਾਡੇ ਮਕਾਨ 'ਚ ਕਿਸੇ ਦੀਮਕ ਕਿਤੇ ਨਹੀਂ ਲੱਗੀ, ਸਭ ਅਲਮਾਰੀਆਂ ਅਲਮਾਰੀ ਸਭ ਫਸਟ ਕਲਾਸ ਹੈ। ਮੈਡਮ ਕਦੀ ਦਿਲ ਨਹੀਂ ਕਰਦਾ ਕਿ ਦੂਸਰੀ ਹੋਰ ਬੜੇ ਆਲਾਸ਼ਾਹੀ ਅੱਜ ਕੱਲ ਘਰ ਬੰਦਾ ਨਵਾਂ ਆਰਕੀਟੈਕਟ ਹੁੰਦਾ ਹੈ, ਲੋਕਾਂ ਦਾ ਜਾਣ ਨੂੰ ਜੀ ਕਰਦਾ? ਤੁਹਾਡਾ ਦਿਲ ਇੱਥੇ ਹੀ ਲੱਗਦਾ? ਇੱਥੇ ਵੀ ਲੱਗਦਾ, ਜਾਣ ਨੂੰ ਵੀ ਕਰਦਾ, ਪਰ ਛੱਡਣ ਨੂੰ ਵੀ ਨਹੀਂ ਕਰਦਾ। ਮਜਬੂਰੀ ਹੈ ਅੱਜ ਸਾਨੂੰ ਥੋੜੀ ਮਜਬੂਰੀ ਹੈ ਕਿ ਸਾਨੂੰ छोड़नी भी पड़ सकती ਛੋੜਨਾ ਵੀ ਪੈਂਦਾ। ਤਾਂ ਤੁਹਾਨੂੰ ਇਸ ਪਿਆਰੇ ਘਰ ਦੀਆਂ ਹੋਰ ਵੀ ਚੀਜ਼ਾਂ ਨੇ ਜੀ। ਅਸੀਂ ਤਾਂ ਦੇਖ ਸਕਦੇ ਹੋ ਕਿ ਪੁਰਾਤਨ ਸਮੇਂ ਦੇ ਮੋਰ ਵੀ ਤੱਕਨ ਸਾਗਵਾਨ ਦੀ ਲੱਕੜ ਦੇ ਉੱਤੇ ਜਿਹੜੇ ਤਰਾਸ਼ੇ ਗਏ ਨੇ। ਅਕਸਰ ਕੋਈ ਅੱਜ ਕੱਲ੍ਹ ਪੇਂਟਿੰਗਸ ਨਹੀਂ ਹੈ, ਬਕਾਇਦਾ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਤਰਾਸ਼ੇ ਹੋਏ ਮੋਰ ਨੇ ਜਿਹੜੇ ਕਿ ਅਲਮਾਰੀਆਂ ਜਿਹੜੀਆਂ ਪੁਰਾਣੀਆਂ ਬਣੀਆਂ ਨੇ, ਔਰ ਉਹਨਾਂ ਨੂੰ ਬਕਾਇਦਾ ਕਿਸੇ ਤਰ੍ਹਾਂ ਦੀ ਕੋਈ ਦੀਮਕ ਨਹੀਂ ਲੱਗਦੀ। ਅੱਜ ਕੱਲ੍ਹ ਜਦੋਂ ਅਸੀਂ ਕੋਈ ਵੀ ਮਕਾਨ ਬਣਾਉਂਦੇ ਹਾਂ ਤਾਂ ਸਭ ਤੋਂ ਪਹਿਲੇ ਪੈਸਟ ਕੰਟਰੋਲ ਵਾਲੇ ਨੂੰ ਬੁਲਾਉਂਦੇ ਹਾਂ ਕਿ ਸ਼ਾਇਦ ਸਾਡੇ ਘਰ ਦੀਆਂ ਦੀਵਾਰਾਂ ਜਾਂ ਜਿਹੜੀਆਂ ਖਾਸ ਕਰਕੇ ਅਲਮਾਰੀਆਂ ਖਰਾਬ ਨਾ ਹੋਣ। ਲੇਕਿਨ ਇਹ ਅਲਮਾਰੀਆਂ ਵੀ ਇਸ ਘਰ ਦੀ ਇੱਕ ਵਿਸ਼ੇਸ਼ਤਾ ਨੇ ਕਿ ਜਿਹੜੇ ਆਰਕੀਟੈਕਟ ਨੇ ਉਹ ਕਹਿੰਦੇ ਨੇ ਕਿ ਜਿੰਨੇ 'ਚ ਇਹ ਅਲਮਾਰੀ ਬਣਦੀ ਉਹਨੇ 'ਚ ਸ਼ਾਇਦ ਇੱਕ ਘਰ ਪੂਰਾ ਬਣ ਸਕਦਾ ਹੈ। ਤਾਂ ਉਹ ਅਸੀਂ ਝਲਕ ਤੁਹਾਨੂੰ ਦਿਖਾ ਰਹੇ ਹਾਂ। ये जैसे है ना सेम ऐसे ही उधर ही है ये ਉਧਰ ਵੀ आप दिखाते हैं। ਤਾਂ ਕਮਰਾ ਤੁਹਾਨੂੰ ਦਿਖਾ ਰਹੇ ਹਾਂ। ਸਭ ਤੋਂ ਪਹਿਲੇ ਅਲਮਾਰੀ ਦਿਖਾ ਰਹੇ ਹਾਂ ਕਿ ਇਸ ਅਲਮਾਰੀ ਨੂੰ ਅਸੀਂ ਤੁਹਾਨੂੰ ਦਿਖਾਇਆ ਸੀ, ਲੇਕਿਨ ਹੁਣ ਕਮਰਾ ਬਦਲ ਗਿਆ ਹੈ। ਤਾਂ ਇਸ ਅਲਮਾਰੀ ਦੀ ਕਿਸ ਤਰ੍ਹਾਂ ਤਿਆਰੀ ਹੈ, ਕਿਸ ਤਰ੍ਹਾਂ ਚੱਲਦੀ ਹੈ ਅਲਮਾਰੀ, ਉਹ ਦਿਖਾਵਾਂਗੇ ਜੀ। ਕਿਸ ਤਰ੍ਹਾਂ ਜੀ? ਮਤਲਬ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਹੁਣ ਅੱਜ ਲੋਕੀ ਦਰਵਾਜ਼ਾ ਬਣਾਉਂਦੇ ਆ ਤੇ ਕੀ ਕਹਿੰਦੇ ਆ ਕਿ ਉਹ ਬਣਾਉਂਦੇ ਆ ਤੇ ਉਹ ਮਤਲਬ ਦਰਵਾਜ਼ਾ ਹੁੰਦੇ ਆ, ਇਹ ਵਿੰਡੋ ਦੇ ਨੇ ਹਾਰਡ ਪਾਰਟ ਕੀਤਾ ਹੋਇਆ, ਮਤਲਬ ਅਲਮਾਰੀ ਨੇ ਪਾਰਟ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ, ਔਰ ਤੁਸੀਂ ਦੇਖ ਸਕਦੇ ਹੋ ਕਿ ਉਹ ਕਮਰੇ ਦੇ ਵਿੱਚ ਡਬਲ ਅਲਮਾਰੀ ਹੈ। ਇੱਕ ਅਲਮਾਰੀ ਦੇ ਕੇ ਜਿਹੜਾ ਹੈ ਉਸ ਨੂੰ ਇੱਕ ਵੱਖਰਾ ਇੱਕ ਪਾਰਟੀਸ਼ਨ ਪਾਇਆ ਹੈ, ਲੇਕਿਨ ਤਾਂ ਕਿ ਦੋ ਕਮਰਿਆਂ ਨੂੰ ਇੱਕ ਅਲਮਾਰੀ ਦਾ ਦੇ ਨਾਲ ਵੰਡਿਆ ਜਾਵੇ। ਇਹਦੇ ਵਿੱਚ ਕੀ ਹੈ ਕਿ ਇਹ ਸੇਮ ਉਧਰਲੇ ਬੰਨੇ ਜਿਹੜੀ ਨਕਾਸ਼ੀ ਦੇਖੀ ਹੈ ਤੁਸੀਂ, ਇਹਦੀ ਵੀ ਨਕਾਸ਼ੀ ਦੇਖੋ। ਉਹ ਨਕਾਸ਼ੀ ਤੇ ਇਹ ਨਕਾਸ਼ੀ ਦੋਵੇਂ ਵੱਖੋ ਵੱਖ ਹੈ ਜੀ। ਇਹ ਚੀਜ਼ ਦੇਖੋ ਹੁਣ, ਉਹ ਦੇਖੋ ਨਕਾਸ਼ੀ, ਇਹ ਨਕਾਸ਼ੀ, ਉਹ ਨਕਾਸ਼ੀ, ਉਹ ਸਾਰੀ ਦੋਵੇਂ ਵੱਖੋ ਵੱਖ ਹੈ। ਉਹਨੇ ਸੇਮ ਨਹੀਂ ਬਣਾਈ, ਉਹਨੇ ਸਾਰਾ ਇਹ ਅਲਮਾਰੀ ਜਿਹੜੀ ਹੈ ਨਾ 1.25 ਮੀਟਰ ਚੌੜੀ ਹੈ ਤੇ 15 ਫੁੱਟ ਉੱਚੀ ਹੈ ਤੇ ਕਰੀਬਨ ਹੋਏਗੀ 20 ਫੁੱਟ ਚੌੜੀ ਹੈ। ਘਰ ਦਾ ਸਮਾਨ ਜਿਹੜਾ ਹੈ, ਲੇਕਿਨ ਇਹਦੇ ਵਿੱਚ ਇੱਕ ਪਾਰਟੀਸ਼ਨ ਹੈ। ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਦੂਸਰਾ ਕਮਰਾ ਹੈ ਉਹਦੇ ਨਾਲ ਇਸ ਅਲਮਾਰੀ ਨੂੰ ਕਨੈਕਟ ਕੀਤਾ ਹੋਇਆ ਹੈ ਕਿ ਤਾਂ ਕਿ ਕੋਈ ਆਪਣੇ ਘਰ ਦੀ ਜਿਹੜੀ ਚੀਜ਼ ਦਾ ਇਸਤੇਮਾਲ ਕਰ ਸਕੇ। ਤਾਂ ਇਹ ਦੋਨੋਂ ਕਮਰਿਆਂ ਦੇ ਲੋਕ ਜਿਹੜੇ ਨੇ ਇਹਦਾ ਇਸਤੇਮਾਲ ਕਰ ਸਕਦੇ ਨੇ। ਤਾਂ ਇਹ ਇਸ ਘਰ ਦੇ ਕਮਰਿਆਂ ਦੀ ਖਾਸੀਅਤ ਹੈ। ਤਾਂ ਉਸ ਸਮੇਂ ਦੇ ਹੀ ਸਾਰੀ ਪੁਰਾਣੀਆਂ ਅਲਮਾਰੀਆਂ ਤੁਹਾਨੂੰ ਦਿਖਾਣੇ ਜਿਹੜੀ ਕਿ ਸਾਗਵਾਨ ਦੀ ਲੱਕੜ ਨਾਲ ਬਣੀ। ਜਿੰਨੀ ਇਸ ਘਰ 'ਚ ਲੱਕੜ ਹੈ, ਸ਼ਾਇਦ ਇਸ ਘਰ ਦੀ ਇੰਨੀ ਕੁ ਲੱਕੜ ਦੇ ਨਾਲ ਸ਼ਾਇਦ 2-4 ਮਕਾਨ ਬਣ ਜਾਣ। ਲੇਕਿਨ ਘਰ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ 30 ਫੁੱਟ ਉੱਚੀਆਂ ਛੱਤਾਂ ਜਿਹੜੀਆਂ ਆਪਣੀ ਇੱਕ ਪੁਰਾਣੀ ਵਿਰਾਸਤ ਨੂੰ ਦਰਸਾ ਰਹੀਆਂ। ਔਰ ਸਭ ਤੋਂ ਵੱਡੀ ਇੱਕ ਚੰਗਿਆਈ ਇਸ ਚੀਜ਼ ਦੀ ਹੈ ਕਿ ਇਸ ਘਰ ਨੂੰ ਮੇਨਟੇਨ ਤੱਕ ਕਰਕੇ ਰੱਖਿਆ ਗਿਆ ਹੈ ਤੇ ਜਿਹੜੇ ਘਰ ਦੇ ਬਟਨ ਵੀ ਨੇ ਉਹ ਵੀ ਪੁਰਾਣੇ ਨੇ। ਕੋਈ ਤੁਸੀਂ ਦੇਖ ਸਕਦੇ ਹੋ ਅਕਸਰ ਅੱਜ ਕੱਲ੍ਹ ਜਿਹੜੇ ਨਵੇਂ ਕਈ ਤਰ੍ਹਾਂ ਦੇ ਬਟਨ ਆਉਂਦੇ, ਲੇਕਿਨ ਇਸ ਘਰ ਦੇ ਬਟਨਾਂ ਦੀ ਇੱਕ ਖੂਬੀ ਹੈ, ਘਰ ਦੇ ਕੁੰਡੇ ਤੱਕਨ ਜਿਹੜੇ ਨੇ ਉਸ ਟਾਈਮ ਦੇ ਲੱਗੇ ਹੋਏ ਨੇ, ਜਿਹੜੇ ਕਿ ਸ਼ਾਇਦ ਅੱਜ ਪੂਰੀ ਆਪਣੀ ਪਕੜ, ਔਰ ਉਹਦੇ ਵਿੱਚ ਵੀ ਇੱਕ ਛੋਟੀ ਜਿਹੀ ਡਿਜ਼ਾਈਨਿੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹ ਇੱਕ ਵਿਰਾਸਤ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਨਾਲ ਪੁਰਾਣੇ ਘਰ ਹੁੰਦੇ ਸੀ। ਅੱਜ ਲੋਕ ਇਸ ਘਰ ਨੂੰ ਪਿਆਰ ਕਰਦੇ ਨੇ। ਦੋ ਹੀ ਹੈ, ਮਤਲਬ ਹਾਫ ਪਾਰਟ ਹੈਗਾ ਵਿੱਚ।
ਤਾਂ ਇਸ ਘਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਇਸ ਘਰ ਦੇ ਵਿੱਚ ਕੁੱਲ 6 ਤੋਂ 7 ਟੈਰਸ ਨੇ ਅਤੇ ਘਰ ਦੇ ਵਿੱਚ ਇੱਕ ਟੈਰਸ ਤੋਂ ਦੂਸਰੇ ਟੈਰਸ 'ਤੇ ਜਾਣ ਵਾਸਤੇ ਪੁਲ ਤੱਕਣ ਬਣਿਆ ਹੈ। ਤਾਂ ਫਿਰ ਅਸੀਂ ਉਹੀ ਤੁਹਾਨੂੰ ਸਿੱਲ ਦੀਆਂ ਪੌੜੀਆਂ ਜਿਹੜੀਆਂ ਕਿ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਕਿ ਘਰ ਦੀ ਮੌਂਟੀ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਕਿਸ ਤਰੀਕੇ ਨਾਲ ਬਣਾਇਆ ਗਿਆ, ਤੇ ਖਾਸ ਕਰਕੇ ਇਹ ਜਿਹੜਾ ਏਰੀਆ ਹੈ ਉੱਥੇ ਸ਼ੂਟਿੰਗ ਹੁੰਦੀ ਹੈ। ਤਾਂ ਇਹ ਜਦੋਂ ਤੁਸੀਂ ਸੀੜੀਆਂ ਚੜ੍ਹਦੇ ਹੋ ਤਾਂ ਉਸ ਤੋਂ ਪਹਿਲੇ ਸਭ ਤੋਂ ਪਹਿਲਾਂ ਇਹ ਇੱਕ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਪੁਰਾਣਾ, ਫਿਰ ਉਹੀ ਲੱਕੜ ਦਾ ਦਰਵਾਜ਼ਾ ਹੈ ਤੇ ਲੱਕੜ ਦੀ ਹੀ ਜਿਹੜੀ ਇੱਥੇ ਉਹਨੂੰ ਇੱਕ ਹੈਂਡਲਿੰਗ ਦਿੱਤੀ ਗਈ ਹੈ, ਨਕਾਸ਼ੀ ਕਰਕੇ ਦਿੱਤਾ ਗਿਆ ਹੈ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਕ ਟੈਰਸ ਹੈ, ਕਿਉਂਕਿ ਜਦੋਂ ਤੁਸੀਂ ਉੱਪਰ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਟੈਰਸ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਹੋਰ ਬਾਹਰ ਹਵਾਖੋਰਾ ਕੰਮ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹੀ ਤੁਹਾਨੂੰ ਛੋਟਾ ਜਿਹਾ ਟੈਰਸ ਦਿੱਤਾ ਗਿਆ। ਤੇ ਸਭ ਤੋਂ ਵੱਡੀ ਹੁਣ ਇਸ ਮਕਾਨ ਦੀ ਜਿਹੜਾ ਕਿ ਬਾਲੀਵੁੱਡ ਦੇ ਨਾਲ ਜੁੜਿਆ ਹੈ, ਤਾਂ ਬਾਲੀਵੁੱਡ ਨਾਲ ਜੁੜਿਆ ਇਸ ਮਕਾਨ ਇਸ ਕਰਕੇ ਹੈ ਕਿ ਇੱਥੇ ਸੋਨਾਕਸ਼ੀ ਸਿਨਹਾ, ਸਵਰਗੀ ਸੁਸ਼ਾਂਤ ਸਿੰਘ ਰਾਜਪੂਤ ਅਤੇ ਹੋਰ ਕਈ ਐਕਟਰ ਜਿਹੜੇ ਨੇ ਇੱਥੇ ਸ਼ੂਟਿੰਗ ਕਰ ਚੁੱਕੇ ਨੇ। ਤਾਂ ਇਹ ਉਹ ਤੁਸੀਂ ਦੇਖ ਸਕਦੇ ਹੋ ਇੱਕ ਘਰ ਦਾ ਇੱਕ ਮੌਂਟੀ ਜਿਹਨੂੰ ਕਿਹਾ ਜਾਂਦਾ ਹੈ। ਤਾਂ ਉੱਥੇ ਸਭ ਤੋਂ ਵੱਡੀ ਚੀਜ਼ ਇੱਕ ਪੁਲ, ਇਹ ਦੋਨੇ ਜਿਹੜੇ ਟੈਰਸ ਨੇ ਇਹਨਾਂ ਦੋਨੋਂ ਟੈਰਸ ਨੂੰ ਘਰ ਦੀ ਛੱਤ ਨੂੰ ਜੋੜਨ ਵਾਸਤੇ ਇੱਕ ਪੁਲ ਦਾ ਨਿਰਮਾਣ ਤੱਕ ਕੀਤਾ ਗਿਆ ਹੈ ਤਾਂ ਕਿ ਲੋਕ ਆਰਾਮ ਨਾਲ ਜਾ ਸਕਣ, ਕਿਉਂਕਿ ਏਡੀ ਵੱਡੇ ਜਿਹੜੀ ਕਿਉਂਕਿ ਹਵਾ ਵੀ ਦੇਣੀ ਸੀ, ਇੱਥੇ ਕਮਰੇ ਵੀ ਬਣਾਉਣੇ ਸੀ। ਤਾਂ ਉਹ ਸਭ ਕੁਝ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਮੇਨਟੇਨ ਕੀਤਾ ਜਾਂਦਾ, ਜਿਸ ਕਰਕੇ ਘਰ ਦਾ ਪੁਲ ਤੱਕਣ ਜਿਹੜਾ ਇੱਥੇ ਤਿਆਰ ਕੀਤਾ ਗਿਆ ਹੈ। ਤਾਂ ਅਸੀਂ ਸੇਠ ਸਾਹਿਬ ਨਾਲ ਚਰਚਾ ਜਾਰੀ ਰੱਖਾਂਗੇ। ਸਰ, ਕਿਹੜੇ ਆਰਟਿਸਟ ਤੁਹਾਡੇ ਕੋਲ ਇੱਥੇ ਆ ਚੁੱਕੇ ਆ ਇੱਥੇ ਦੇਖੋ ਜੀ, ਕਾਫੀ ਦਲਜੀਤ ਸਿੰਘ ਦੋਸਾਂਝ, ਪਹਿਲੇ ਤਾਂ ਸਭ ਤੋਂ ਪਹਿਲੇ ਕੀ ਕਹਿੰਦੇ ਆ ਸੁਸ਼ਾਂਤ ਸਿੰਘ ਰਾਜਪੂਤ ਜੀ ਵੀ ਆ ਚੁੱਕੇ ਆ। ਉਹਨਾਂ ਦਾ ਗਾਣਾ ਸਾਡਾ ਮੂਵ ਰਾਬਤਾ ਪਿਕਚਰ ਦਾ ਉਹ ਸਾਡੇ ਘਰ ਸ਼ੂਟ ਹੋਇਆ ਹੋਇਆ। ਫਿਰ ਕਿਨਾਲੇ ਦਾ ਸੋਨਾਕਸ਼ੀ ਸਿਨਹਾ ਵੀ ਹੋ ਰਹੀ ਹੈ, ਪਿਛਲੇ ਸਾਲ ਆਏ ਆ। ਇਸ ਤਰ੍ਹਾਂ ਕਿਨਾਲੇ ਦਾ ਵਰਮਾ, ਉਹ ਪੰਜਾਬੀ ਐਕਟਰ ਵਰਮਾ ਕੀ ਹੈ ਨਾ ਭੁੱਲ ਗਿਆ ਮੇਰੇ, ਬੜੇ ਕਿਹਦਾ ਯਾਰਨ ਮੂਲੇ ਵਾਲੇ ਵਰਮਾ, ਮੈਂ ਨਾ ਭੁੱਲ ਗਿਆ ਪੂਰਾ। ਉਹ ਹਰੀਸ਼ ਵਰਮਾ ਉਹ ਵੀ ਆ ਕੇ ਇੱਥੇ ਉਹਨਾਂ ਦੀ ਸ਼ੂਟਿੰਗ ਹੋਈ ਹੈ। ਤੇ ਪੁਰਾਣਾ ਨਹੀਂ ਹੈਗਾ ਸੀ। ਔਰ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਘਰ ਨੂੰ ਕਿਸ ਤਰੀਕੇ ਨਾਲ ਡਿਜ਼ਾਈਨ ਕੀਤਾ। ਸਭ ਤੋਂ ਵੱਡੀ ਗੱਲ ਹੈ ਕਿ ਇਸ ਘਰ ਦੀ ਜਿਹੜੀ ਛੱਤ ਹੈ, ਹੁਣ ਅਸੀਂ ਤੁਹਾਨੂੰ ਛੱਤ ਤੋਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਪੂਰੇ ਸ਼ਹਿਰ ਦਾ ਇੱਕ ਅਲੱਗ ਜਿਹੜਾ ਹੈ ਨਜ਼ਾਰਾ ਨਜ਼ਰ ਆਉਂਦਾ ਹੈ। ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਜਗ੍ਹਾ ਤੇ ਆ ਕੇ, ਇਸ ਘਰ ਦੇ ਵਿੱਚ ਆ ਕੇ ਤੁਸੀਂ ਕਈ ਵੱਡੇ ਸਥਾਨਾਂ ਦੇ ਦਰਸ਼ਨ ਕਰ ਸਕਦੇ ਹੋ, ਜਿੱਥੋਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵੀ ਦਰਸ਼ਨ ਹੁੰਦੇ ਨੇ। ਕਈ ਜਿਹੜੇ ਮੰਦਿਰ ਨੇ ਅੰਮ੍ਰਿਤਸਰ ਦੇ ਵਿੱਚ ਬਣੇ ਨੇ ਉਹਨਾਂ ਦੇ, ਅਤੇ ਹੋਰ ਵੀ ਕਈ ਜਿਹੜੀ ਇਤਿਹਾਸਿਕ ਚੀਜ਼ਾਂ ਨੇ ਉਹਦੇ ਦਰਸ਼ਨ ਤੁਸੀਂ ਇੱਥੋਂ ਕਰ ਸਕਦੇ ਹੋ। ਤਾਂ ਇਹ ਪੂਰੇ ਸ਼ਹਿਰ ਦਾ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਊ, ਏਰੀਅਲ ਵਿਊ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਪੂਰੇ ਸ਼ਹਿਰ ਨੂੰ ਤੁਸੀਂ ਇੱਥੋਂ ਦੇਖ ਸਕਦੇ ਹੋ। ਤਾਂ ਇਸ ਤਰ੍ਹਾਂ ਦੀ ਇੱਕ ਪਲੈਨਿੰਗ ਜਿਹੜੀ ਆ ਉਸ ਸਮੇਂ 'ਚ ਕੀਤੀ ਗਈ ਸੀ, ਅੱਜ ਤੋਂ 100 ਸਾਲ ਪਹਿਲੇ। ਸ਼ਾਇਦ ਅੱਜ ਦਾ ਆਰਕੀਟੈਕਟ ਜਿਹੜਾ ਹੈ ਬਹੁਤ ਨਵੀਆਂ ਚੀਜ਼ਾਂ ਦਿੰਦੇ ਆ, ਛੋਟੀ ਜਗ੍ਹਾ 'ਚ ਕਹਿੰਦੇ ਬਹੁਤ ਕੁਝ ਦਿੰਦੇ ਨੇ, ਲੇਕਿਨ ਇਸ ਜਗ੍ਹਾ ਦੇ ਵਿੱਚ ਜਿਸ ਤਰੀਕੇ ਨਾਲ ਦਿੱਤਾ ਗਿਆ ਉਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਦਿਖ ਪੇਸ਼ ਕਰਦਾ। ਤੁਸੀਂ ਦੇਖ ਸਕਦੇ ਹੋ ਕਿ ਜਿਸ ਪੁਲ ਦੀ ਅਸੀਂ ਗੱਲ ਕੀਤੀ ਸੀ, ਜਿਹੜਾ ਅਸੀਂ ਤੁਹਾਨੂੰ ਥੱਲੇ ਫਲੋਰ ਤੋਂ ਦਿਖਾ ਸੀ, ਤੇ ਉਹ ਪੁਲ ਵੀ ਇੱਥੇ ਹੈ। ਇਸ ਤੋਂ ਇਲਾਵਾ ਇਸ ਪੂਰੇ ਘਰ ਨੂੰ ਵੱਡੇ ਘਰ ਵੱਲੋਂ ਜਾਣਿਆ ਜਾਂਦਾ ਹੈ। ਤਾਂ ਇਸ ਵੱਡੇ ਘਰ ਦੀ ਇੱਕ ਵਿਸ਼ੇਸ਼ਤਾ, ਇੱਕ ਵੱਖਰੀ ਦਿੱਖ ਜਿਹੜੀ ਅਸੀਂ ਤੁਹਾਨੂੰ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਦਾ ਨਿਰਮਾਣ ਕੀਤਾ। ਬਕਾਇਦਾ ਤੌਰ ਦੇ ਉੱਤੇ ਗੁੰਬਦ ਜਿਹੜੇ ਕਿ ਪੁਰਾਣੇ ਘਰਾਂ ਦੇ ਵਿੱਚ ਦਿੱਤੇ ਜਾਂਦੇ ਸੀ ਉਹ ਵੀ ਬਣੇ ਨੇ, ਤਾਂ ਉਹਨਾਂ ਨੂੰ ਸੰਭਾਲ ਕੇ ਵੀ ਰੱਖਿਆ ਜਾ ਰਿਹਾ ਹੈ। ਤਾਂ ਉਸ ਦੀ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਮੁਰੰਮਤ ਕੀਤੀ ਜਾ ਰਹੀ ਹੈ, ਲੇਕਿਨ ਪਕਿਆਈ ਇੰਨੀ ਹੈ, 100 ਸਾਲ ਪਹਿਲੇ ਦੀ ਇੰਨੀ ਪਕਿਆਈ ਹੈ ਕਿ ਇਹਨੂੰ ਕਦੀ ਮੇਨਟੇਨੈਂਸ ਦੀ ਲੋੜ ਨਹੀਂ ਪਈ। ਤਾਂ ਪੂਰੇ ਇਸ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹਨੂੰ ਰੱਖਿਆ ਗਿਆ ਹੈ, ਇਹਨੂੰ ਦਿਖਾ ਰਹੇ ਹਾਂ ਅਸੀਂ। ਤਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਆਰਕੀਟੈਕਟ ਜਿਹੜਾ ਕਿ ਬਹੁਤ ਵੱਡਾ ਆਰਕੀਟੈਕਟ ਮੰਨਿਆ ਜਾਂਦਾ ਹੈ, ਉਹ ਵੀ ਇਸ ਘਰ ਨੂੰ ਵੇਖੇ ਅਤੇ ਇਸ ਘਰ ਦੀ ਮਹਾਨਤਾ ਨੂੰ ਜਾਣੇ। ਤਾਂ ਬਾਲੀਵੁੱਡ ਦੀ ਪਹਿਲੀ ਪਸੰਦ, ਪੰਜਾਬੀ ਐਕਟਰਾਂ ਦੀ ਪਹਿਲੀ ਪਸੰਦ ਅਤੇ ਆਪਣੇ ਆਪ 'ਚ ਵਿਰਾਸਤ ਦਰਸਾਉਂਦਾ ਹੈ ਘਰ, ਇੱਕ ਅਨੋਖੀ ਮਿਸਾਲ ਹੈ। ਤਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਕਿ ਕਿਸ ਤਰੀਕੇ ਨਾਲ ਵਿਰਾਸਤ ਨੂੰ, ਔਰ ਕਾਬਿਲੇ ਤਾਰੀਫ ਇਸ ਘਰ ਦੇ ਮਾਲਕ ਨੇ ਜਿਨ੍ਹਾਂ ਨੇ ਕਿ ਇਸ ਪੂਰੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ। ਨਹੀਂ ਤੇ ਐਡਾ ਵੱਡਾ ਘਰ ਹੁੰਦਾ, ਹਰ ਕੋਈ ਵਿਅਕਤੀ ਸੋਚਦਾ ਹੈ ਕਿ ਸ਼ਾਇਦ ਇਹਨੂੰ 2 ਟੋਟੇ ਕਰ ਦਿੱਤੇ ਜਾਣ, ਇਹਦੇ ਵਿੱਚ ਹੋਰ ਪਲੋਟਿੰਗ ਕਰ ਦਿੱਤੀ ਜਾਵੇ, ਤਾਂ ਇਹਨੂੰ ਵੇਚ ਕੇ ਕੁਝ ਪੈਸੇ ਕਮਾਏ ਜਾਣ। ਲੇਕਿਨ ਪੈਸਾ ਕਮਾਉਣਾ ਇੰਨੀ ਜ਼ਰੂਰਤ ਨਹੀਂ ਸੀ, ਲੇਕਿਨ ਇਸ ਘਰ ਨੂੰ ਮੇਨਟੇਨ ਕਰਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਸੀ, ਜਿਹਨੂੰ ਕਿ ਇਸ ਸੇਠ ਪਰਿਵਾਰ ਨੇ ਰੱਖਿਆ ਹੈ। ਤਾਂ 100 ਸਾਲ ਪੁਰਾਣੇ ਇਸ ਘਰ ਦੀ ਅਸੀਂ ਤੁਹਾਨੂੰ ਅੱਜ ਇੱਕ ਝਲਕ ਪੇਸ਼ ਕੀਤੀ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਈ ਹੋਵੇਗੀ, ਔਰ ਖਾਸ ਕਰਕੇ ਬਾਲੀਵੁੱਡ ਦੇ ਲੋਕ ਜਿਹੜੇ ਨੇ ਉਹ ਤਾਂ ਸ਼ਾਇਦ ਇਸ ਘਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ, ਕਿਉਂਕਿ ਅਕਸਰ ਇੱਥੇ ਫਿਲਮਾਂ ਦੀ ਸ਼ੂਟਿੰਗਾਂ ਹੁੰਦੀਆਂ ਨਜ਼ਰ ਆਉਂਦੀਆਂ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।